ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਂਗਰਸੀਆਂ ਨੂੰ ਘੜੀਸਣ ਬਾਰੇ ਵੀ ਕਿਹਾ, ਸੁਣ ਲਿਆ ਹੋਣਾ ਤੁਸੀਂ, ਖਬਰਾਂ ਸੁਣਾ ਰਿਹਾ ਸੀ ਮੈਂ। ਰੂਸਾ ਜੋ ਮਰਜ਼ੀ ਕਹੀ ਜਾਵੇ ਜੀ, ਜਿੰਨਾ ਕਿ ਸਾਡਾ ਸਰਮਾਇਆ ਆਂਦੇ ਹੁੰਦੇ ਲੁੱਟ ਪੁੱਟ ਕਰਨੀ ਹੋ ਗਈ ਹੋਣੀ, ਜੋ ਮਰਜ਼ੀ ਕਹੀ ਜਾਵੇ ਕੀ ਫਰਕ ਪੈਂਦਾ। ਉਹ ਤੇ ਕਹਿੰਦੀ ਮੈਂ ਹੁਣ ਕਦੀ ਇੰਡੀਆ ਆਊਗੀ ਨਹੀਂ, ਆਉਣ ਦੀ ਲੋੜ ਹੀ ਨਹੀਂ ਬੀਬੀ ਤੈਨੂੰ ਇੱਥੇ। ਜੋ ਕੰਮ ਕਰਨਾ ਸੀ ਕਰ ਲਿਆ ਤੂੰ ਆਪਣਾ। ਇਹ ਵੀ ਕਿਹਾ ਨਹੀਂ ਆਉਣਾ ਨਹੀਂ, ਠੀਕ ਹੈ ਨਾ ਜੀ। ਕਿਉਂ ਹੁਣ ਕਿਉਂ ਨਹੀਂ ਆਉਣਾ? ਕਰਕੇ ਨਹੀਂ ਕਿਉਂ ਆਏਗੀ, ਹੁਣ ਕੀ ਲੋੜ ਹੋਣ ਦੀ? ਉਹ ਤਾਂ ਕਹਿੰਦੇ ਜੇ ਵੀਜ਼ੇ ਪੂਰਾ ਹੋ ਗਿਆ, ਕੈਪਟਨ ਸਾਹਿਬ ਤੇ ਕਹਿੰਦੇ ਜੇ ਵੀਜ਼ੇ ਬੰਦ ਨਾ ਹੁੰਦੇ ਤਾਂ ਮੈਂ ਤਾਂ ਫੇਰ ਸਪਾਂਸਰ ਕਰਨਾ ਸੀ। ਕੈਪਟਨ ਸਾਹਿਬ ਨੂੰ ਵੀਜ਼ੇ ਦੀ ਘਾਟ ਨਹੀਂ ਕੋਈ ਹੈਗੀ। ਕੈਪਟਨ ਸਾਹਿਬ ਤੇ ਜਦੋਂ ਚਾਹਣ ਮੰਗਵਾ ਸਕਦੇ ਹੋ, ਲੇਕਿਨ ਉਹ ਬੀਬੀ ਆਲਰੇਡੀ ਆਪ ਤਿਆਰ ਨਹੀਂ, ਮੈਂ ਜਾ ਕੇ ਕਰਨਾ ਹੁਣ ਕੀ ਹੈ? ਕੈਪਟਨ ਦੇ ਕੋਲ ਕੀ ਹੋਣਾ? ਭਾਰਤ ਤੇ ਮੇਰੇ ਨਾਲ ਲੋ ਰਿਹਾ ਹੋ, ਸੁਸ਼ਮਾ ਸਰ ਮੇਰੇ ਨਾਲ ਲੋ ਰਿਹਾ ਹੋ। ਇਹ ਕਰਨਾ ਜਿਹੜੀ ਉਹ ਸਰਕਾਰਾਂ ਸ਼ਕਤੀ ਸੀ ਉਹ ਖਤਮ ਹੋ ਗਈ ਨਾ ਜੀ, ਜਿਹਦੇ ਸਹਾਰੇ ਤੇ ਚੱਲਦੀ ਸੀ ਉਹਨੂੰ ਆਕਸੀਜਨ ਮਿਲਦੀ ਸੀ ਬੀਬੀ ਨੂੰ। ਅੱਜ ਸੁੱਖੀ ਰੰਧਾਵੇ ਉਹਦੀ ਕਹਿੰਦੇ ਆ ਵੀ ਮੇਰੀ ਕੈਪਟਨ ਸਾਹਿਬ ਨਾਲ ਇਹਨੂੰ ਲੈ ਕੇ ਹਮੇਸ਼ਾ ਹੀ ਗੜਬੜ ਰਹਿੰਦੀ ਸੀ। ਅਸੀਂ USA ਗਏ ਤੇ ਉਹਦੇ ਵੀ ਗੜਬੜ ਰਹਿੰਦੀ ਸੀ। ਕੈਪਟਨ ਨੂੰ ਤੇ ਬਕਾਇਦਾ ਤੌਰ ਤੇ ਰੂਸਾਂ ਨੂੰ ਜਿਹੜਾ ਜਨਰਲ JJ ਸਿੰਘ ਨੇ ਪਾਰਟੀ ਚੋਂ ਕੱਢਤਾ ਸੀ, ਤੁਸੀਂ ਜਾਓ ਇੱਥੇ ਕਰਦੇ ਸੀ। ਮਤਲਬ ਮੇਰਾ ਕਹਿਣ ਤੋਂ ਭਾਵ ਆ ਵੀ ਅੱਜ ਤੁਸੀਂ ਇੰਨੀ ਗੱਲਾਂ ਕਰਦੇ ਹੋ, ਪਹਿਲਾਂ ਤਾਂ ਗੱਲ ਤੁਸੀਂ ਕੀਤੀ ਕੋਈ ਨਹੀਂ। ਅਸੀਂ ਨਹੀਂ ਕਹਿ ਰਹੇ, ਹਰਜੀਤ ਗਰੇਵਾਲ ਕਹਿੰਦਾ ਸੀ ਵੀ ਭਾਈ ਤੁਸੀਂ ਤੇ ਉਹਦੀਆਂ ਜੁੱਤੀਆਂ ਝਾੜਦੇ ਰਹੇ ਹੋ 4.5 ਸਾਲ। ਅਸੀਂ ਨਹੀਂ ਕਹਿ ਰਹੇ, ਉਹ ਕਹਿ ਰਿਹਾ। ਅੱਜ ਤੁਸੀਂ ਕਹਿੰਦੇ ਅਸੀਂ ਵਿਰੋਧ ਕਰ ਰਹੇ ਸੀ, ਚੰਗੀ ਗੱਲ, ਵਿਰੋਧ ਕਰਨਾ ਬਣਦਾ ਵੀ। ਉਹਦਾ ਤੁਕ ਵੀ ਕਈ ਵੀ ਪ੍ਰਾਈ ਜਿਹੜੀ ਸਾਡੀ ਰਹਿਤ ਮਰਿਆਦਾ ਹੈਗੀ, ਸਿੱਖ ਰਹਿਤ ਮਰਿਆਦਾ ਤੇ ਪ੍ਰਾਈ ਔਰਤ ਦਾ ਜਿਹੜਾ ਸੀ ਨਹੀਂ ਰਹਿਣਾ, ਉਹ ਸਾਰੇ ਲਿਖਿਆ ਉਹਦੀ ਜਗ੍ਹਾ, ਉਹਦਾ ਵੀ ਤਾਂ ਜ਼ਿਕਰ ਕੀਤਾ। ਤੇ ਭਾਈ ਉਦੋਂ ਕਹਿੰਦੇ ਭਾਈ ਅਸੀਂ ਤੇਰੀ ਮਿਨਿਸਟਰੀ ਛੱਡੀ, ਅਸੀਂ ਚੱਲੇ ਘਰ ਨੂੰ, ਜਿਹਨੂੰ ਮਰਜ਼ੀ ਬਣਾ ਲਾ, ਸਾਨੂੰ ਆਹ ਰੋਸ ਹੈਗਾ। ਹਾਈਕਮਾਂਡ ਨੂੰ ਸ਼ਿਕਾਇਤ ਕਰਨ ਦੀ ਕੀਤੀ ਕਿਸੇ ਨੂੰ? ਅਕਾਲ ਤਖਤ ਤੇ ਕਰਦੇ, ਕਿਸੇ ਅਕਾਲ ਤਖਤ ਤੇ ਕਰਦੇ। ਉਦੋਂ ਤਾਂ ਤੁਸੀਂ ਚੁੱਪ ਕਰਕੇ ਸਾਰੇ ਜਿਹੜੇ ਝੱਲੀਆਂ ਚੁੱਕਦੇ ਰਹੇ, ਖਾਂਦੇ ਪੀਂਦੇ ਰਹੇ। ਹੁਣ ਤੁਸੀਂ ਕਹਿੰਦੇ ਵੀ ਵੇਖੋ ਜੀ ਅਸੀਂ ਵਿਰੋਧ ਕਰਦੇ ਰਹੇ ਉਦੋਂ ਦਾ। ਪੱਤਰਕਾਰ ਨੇ ਪੁੱਛਿਆ ਸਵਾਲ, ਕਹਿੰਦਾ ਯਾਰ ਤੁਹਾਨੂੰ ਕੋਈ ਸਵਾਲ ਹੀ ਦਿੰਦਾ ਕੋਈ ਉਹਦਾ ਮਤਲਬ ਵਟ ਨਾਉ। ਪੱਤਰਕਾਰ ਨੇ ਤੁਹਾਨੂੰ ਇੱਕ ਸਵਾਲ ਇੱਕ ਨਹੀਂ 100 ਵਾਰੀ ਪੁੱਛਣਾ, ਤੁਹਾਨੂੰ ਥਲਕਾਉਣਾ ਵੀ ਤੁਹਾਡਾ ਜਵਾਬ ਕੀ ਮਿਲਦਾ ਵਾ। ਇਸੇ ਕਰਕੇ ਪੱਤਰਕਾਰ ਨੂੰ ਤੁਸੀਂ ਸਵਾਲ ਹੀ ਜਾਂਦਾ, ਤੁਸੀਂ ਉਹੀ ਕੈਪਟਨ ਦਾ ਸਵਾਲ ਪੁੱਛ ਲਿਆ, ਦੂਸਰਾ ਸਵਾਲ ਪੁੱਛ ਲੈਂਦੇ, ਜਾਂ ਤੁਸੀਂ ਕੋਈ ਹੋਰ ਗੱਲ ਕਰਨਾ ਕਰੋ ਮਾੜੀ ਮੋਟੀ। ਖਪਾ ਹੋਏ ਫਿਰਦੇ ਨੇ ਵਿਚਾਰੇ, ਖਪਾ ਹੋਏ ਫਿਰਦੇ ਨੇ। ਉਧਰੋਂ ਵੀ ਲਫ਼ਜ਼ ਵੀ ਕਿੱਡਾ ਵੱਡਾ, ਲੱਕੜ ਬਗੇ। ਸ਼ਿਕਾਰੀ ਜਦੋਂ ਸ਼ਿਕਾਰ ਕਰਨਾ ਕਦੇ ਕਾਬੂ ਆ ਜਾਏ, ਲੱਕੜ ਬਗੇ ਉਹਨੂੰ ਨੋਚ ਲੈਂਦੇ ਨੇ। ਆਮ ਤੌਰ ਤੇ ਮਜ਼ਾਕੀਆ ਤੌਰ ਤੇ ਕਹਿੰਦੇ ਹੁੰਦੇ ਲੱਕੜ ਬਗੇ। ਉਹ ਕੀ ਹਾਲ ਚਾਲ? ਹਾਂਜੀ, ਵੌਇਸ ਆਫ ਸਿਟੀ 1320 AM ਤੇ। ਔਰ ਉਹ ਕਹਿੰਦੇ ਆ ਕਿ ਮੈਂ ਨਹੀਂ ਆਉਣਾ, ਹੁਣ ਉੱਥੇ ਕਿਹੜੇ ਦਾਣੇ ਪਏ ਨੇ ਜਿਹੜੇ ਮੈਨੂੰ ਕਾਬੂ ਆ ਜਾਣਗੇ। ਨੇ ਸਾਥ ਵੀ ਮੈਂ ਤੁਹਾਨੂੰ ਕਿਹਾ ਜੀ, ਬੋਲ ਦੇ ਖਾ ਗਈ ਸਾਰਾ ਉਹ ਵਿਚਾਰੀ, ਹੁਣ ਬਾਕੀ ਰਹਿ ਗਿਆ ਬਣਾਉਣਾ। ਚਲੋ ਐਨੀਵੇ, ਨਾਲੇ ਇਹ ਵੀ ਹੈ ਨਾ ਕਿ ਸ਼ਾਇਦ ਹੁਣ ਕਿਤੇ ਵਾਪਸੀ ਤੇ ਹੱਥ ਘੜੀਆਂ ਨਾ ਲੱਗ ਜਾਣ, ਵੀ ਸਰਕਾਰ ਵੀ ਪੁੱਠੀ ਪੈ ਸਕਦੀ ਆ। ਪੈ ਸਕਦੀ ਹੈ, ਹਾਂ। ਸਾਧਵੀ ਪ੍ਰਗਿਆ ਨੇ ਇੱਕ ਵੱਡਾ ਸਾਰਾ ਗੋਲਾ ਸੁੱਟਿਆ, ਬੰਬ ਕਹਿ ਸਕਦੇ ਆ। ਵੈਸੇ ਇਹਨੂੰ ਬੜੀ ਦੂਰ ਤੱਕ ਜਿਹੜਾ ਹੈ ਮੁੰਬਈ ਫਿਲਮ ਨਗਰੀ ਜਾਂ ਦੁਨੀਆ ਦੀ ਕੋਈ ਵੀ ਸ਼ਖਸੀਅਤ ਸੋਚੇ, ਸਾਧਵੀ ਪ੍ਰਗਿਆ ਨੇ ਕਿਹਾ ਕਿ ਕੋਈ ਵੀ ਫਿਲਮ ਉਹਨਾਂ ਦੇ ਪੁੱਛਣ ਤੋਂ ਬਗੈਰ ਨਹੀਂ ਬਣ ਸਕੇਗੀ। ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਕਾਸ਼ ਝਾਅ ਜਿਹੜਾ ਡਾਇਰੈਕਟਰ ਆ, ਉਹਨੂੰ 8 ਰਾਸ਼ਟਰੀ ਅਵਾਰਡ ਮਿਲੇ। 8, 1 2 3 8 ਮਿਲੇ। ਔਰ ਜਿਹੜਾ ਉਹਦੇ ਚ ਹੀਰੋ ਸੀ, ਕੌਣ ਸੀ? ਬੌਬੀ ਦਿਓਲ, ਸਨੀ ਦਿਓਲ ਦਾ ਛੋਟਾ ਭਰਾ, ਧਰਮਿੰਦਰ ਦਾ ਮੁੰਡਾ। 2 MP ਨੇ ਉਸ ਘਰ ਦੇ ਵਿੱਚੋਂ, ਬਕਾਇਦਾ ਤੌਰ ਤੇ ਆਪਣੀ ਹਿਮਾ ਮਾਲਿਨੀ ਤੇ ਸਨੀ ਦਿਓਲ। ਇਹ ਕੁੱਟਮਾਰ ਕੀਤੀ ਉੱਥੇ।
ਜਿਹੜਾ ਪ੍ਰਕਾਸ਼ ਝਾਅ ਸੀ ਉਹਦਾ ਸਿਰ ਵੀ ਪੱਟ, ਕੈਮਰੇ ਤੋੜਤੇ ਆ, ਸਭ ਕੁਝ ਤੋੜਤਾ ਉਹਨਾਂ ਦਾ। ਕਹਿਤਾ ਭਾਈ ਤੁਹਾਡੀ ਹਿੰਮਤ ਕਿਵੇਂ ਪਈ ਇੱਥੇ ਭੋਪਾਲ ਦੇ ਵਿੱਚ ਇਸ ਫਿਲਮ ਦੀ ਸ਼ੂਟਿੰਗ ਕਰਨ ਦੀ, ਰਾਮ ਰਹੀਮ ਦੇ ਉੱਤੇ, ਤੇ ਇਹਨਾਂ ਡੇਰਿਆਂ 'ਚ ਕੀ ਹੁੰਦਾ ਵਾ, ਉੱਥੇ ਫਿਲਮ ਬਣਾਈ ਜਾ ਰਹੀ ਸੀ। ਤੇ ਬੀਬੀ ਪ੍ਰਗਿਆ ਦੇ ਬੰਦੇ ਸੀਗੇ, ਬਜਰੰਗ ਦਲ ਵਾਲੇ ਬੰਦੇ ਸੀ, ਉਹ ਵਰਕਰ ਸੀ, ਉਹਨਾਂ ਕੁੱਟਮਾਰ ਕੀਤੀ, ਬਕਾਇਦਾ ਤੌਰ ਤੇ ਸਰਕਾਰ ਤੋਂ ਪਰਮਿਸ਼ਨ ਲਈ ਗਈ ਹੈ ਪਹਿਲਾਂ, ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ, ਕਿਸੇ ਸਿਕਿਉਰਿਟੀ ਵਾਲੇ ਦੇ ਗਾਂਵ ਕੇ ਛਡਾਇਆ ਨਹੀਂ। ਤੇ ਬੀਬੀ ਪ੍ਰਗਿਆ ਨੇ ਕਹਿਤਾ ਵੀ ਸਿਰਫ ਇੱਕ ਕੱਲੀ ਫਿਲਮ ਨਹੀਂ, ਅੱਗੇ ਤੋਂ ਕੋਈ ਵੀ ਫਿਲਮ ਬਣ ਗਈ ਤੇ ਪਹਿਲਾਂ ਉਹਦੀ ਸਕ੍ਰਿਪਟ ਅਸੀਂ ਪੜਾਂਗੇ, ਉੱਥੇ ਰੱਖ। ਸਕ੍ਰਿਪਟ ਪੜ੍ਹਨ ਤੋਂ ਬਾਅਦ ਜਿਹੜੀ ਆ ਉਹ ਭਾਰਤ ਜਿਹੜੀ ਭਗਤੀ ਅਖਾੜਾ ਸਾਡਾ ਹੈਗਾ, ਉਹ ਪਹਿਲਾਂ ਜਾ ਕੇ ਫਿਲਮ ਵੇਖੂ, ਉਹਦੇ ਵੇਖਣ ਤੋਂ ਬਾਅਦ ਇਹ ਪਾਸ ਹੋਏਗੀ ਫਿਲਮ। ਤੇ ਫਿਲਮ ਜਿਹੜੀ ਓਨਲੀ ਸਨਾਤਨ ਧਰਮ ਨੂੰ ਜਿਹੜੀ ਉਹ ਸਪਾਂਸਰ ਹੋਏਗੀ। ਕਹਿਣ ਤੋਂ ਬਾਅਦ ਤਾਲੇਬਾਨੀ ਰਾਜ ਮੱਧ ਪ੍ਰਦੇਸ਼ ਸ਼ੁਰੂ ਹੋਏਗਾ। ਤਾਲੇਬਾਨ ਤੇ ਸਾਧਵੀ ਜੀ ਕੀ ਫਰਕ? ਇਹ ਸਾਧਵੀ ਕੌਣ? ਮਾਲੇਗਾਂਵ ਕਾਂਡ ਦੇ ਵਿੱਚ ਬਕਾਇਦਾ ਤੌਰ ਤੇ ਸਾਬਤ ਹੋ ਗਿਆ, ਜਿੱਥੇ ਬਲਾਸਟ ਹੋਇਆ ਸੀ ਮੋਟਰਸਾਈਕਲ ਬੀਬੀ ਸਾਧਵੀ ਦਾ ਸੀਗਾ। ਉਸ ਕੇਸ 'ਚ ਇਹ ਅੰਦਰ ਰਹੀ, ਸਰਕਾਰ ਆਪਣੀ ਸੀ, ਮੰਤਰੀ ਆਪਣੇ ਸੀ, ਸੰਤਰੀ ਆਪਣੇ ਸੀ, ਪ੍ਰਧਾਨ ਮੰਤਰੀ ਆਪਣਾ ਸੀ। 2019 ਤੋਂ ਪਹਿਲਾਂ ਇਹਨੂੰ ਮੈਡੀਕਲ ਦੇ ਬਿਹਾਫ ਤੇ ਜਿਹੜੀ ਸੀ ਬਕਾਇਦਾ ਤੌਰ ਤੇ ਬੇਲ ਦਿੱਤੀ ਗਈ। ਬਾਕੀ ਕੋਈ ਇਹੋ ਜਿਹੇ ਕੇਸ ਵਿੱਚ ਅੱਤਵਾਦੀ ਕੇਸ ਬੇਲ ਮੰਗੇ ਤੇ ਬਿਲਕੁਲ ਪੇਜ ਦੇ ਉੱਤੇ ਲਾਲ ਕੀ ਲਿਖ ਦਿੱਤਾ ਪਈ ਵੀ ਇਹਦੀ ਬਿਲਕੁਲ ਕੋਈ ਮਨਜ਼ੂਰ ਨਹੀਂ ਕਰੇਗਾ। ਹੁਣ ਸਾਡੀ ਪ੍ਰਵਿਗਿਆ ਆ ਗਈ ਕਿ ਮੇਰੇ ਰੀੜ ਦੀ ਹੱਡੀ 'ਚ ਨੁਕਸ ਆਂਦੀ, ਮੈਂ ਤੇ ਚੱਲ ਫਿਰ ਨਹੀਂ ਸਕਦੀ, ਇੱਥੇ ਰੱਖ, ਹੁਣ ਮਾਰਦੀ ਛਾਲਾ। ਉਸ ਤੋਂ ਬਾਅਦ ਇਲੈਕਸ਼ਨ ਵੀ ਲੜੀ, ਕਬੱਡੀ ਵੀ ਖੇਡੀ, ਫੁੱਟਬਾਲ ਵੀ ਖੇਡਿਆ, ਤੇ ਅੱਜ ਵੀ ਝੰਗਾੜ ਕੇ ਜਿਹੜੀ ਆ ਉਹ ਕਹਿ ਰਹੀ ਆ ਵੀ ਵੇਖੋ ਜੀ ਅਸੀਂ ਫਿਲਮ ਨਹੀਂ ਕੋਈ ਚੱਲਣ ਦੇਣੀ ਇੱਥੇ, ਸਨਾਤਨ ਧਰਮ ਤੋਂ ਬਾਹਰ ਹੋਏਗੀ, ਬਿਲਕੁਲ ਨਹੀਂ ਹੋਏਗੀ। ਹਿੰਦੁਸਤਾਨ ਚ ਓਨਲੀ ਹਿੰਦੂ ਧਰਮ ਆ, ਬਸ ਕੋਈ ਧਰਮ ਨਹੀਂ ਹੋਏਗਾ। ਸਈਆਂ ਬੈ ਕੁਤਵਾਲ ਫਿਰ ਡਰਦਾ ਹੈਗਾ। ਹਾਂਜੀ, ਹੁਣ ਮੋਦੀ ਸਾਹਿਬ ਕੀ ਕਹਿਣਗੇ? ਜਿਹਦਾ ਕਹਿਤਾ ਸੀ, ਇਹਨੇ ਕਿਹਾ ਸੀ ਨੱਥੂ ਰਾਮ ਗੋਡਸੇ ਨੂੰ ਕਹਿ ਸੀ ਇਹ ਭਗਤ ਜਿਹੜੇ ਗਾਂਧੀਵਾਦੀ ਆ, ਹੁਣ ਕੀ ਕਹਿਣਗੇ? ਉਦੋਂ ਕਹਿੰਦੇ ਸੀ ਮੈਂ ਇਹਨੂੰ ਦਿਲੋਂ ਮਾਫ ਨਹੀਂ ਕਰੂੰਗਾ, ਮਾਫ ਛੱਡ ਕੇ ਤੁਸੀਂ ਉਹਨੂੰ ਤਾਂ ਕੁਰਸੀ ਦੇ ਦਿੱਤੀ ਪਾਰਲੀਮੈਂਟ ਦੇ ਵਿੱਚ। ਉਹਦੀ ਭੈਣ ਅੱਜ ਵੀ ਕਹਿੰਦੀ ਆ, ਜਦੋਂ ਉਹਨੂੰ ਕਿਹਾ ਨਾ ਵੇਖੋ ਜਿਹੜੇ ਤੁਸੀਂ ਬਿਆਨ ਦੇ ਰਹੇ ਹੋ ਤੁਹਾਡੀ ਜ਼ਬਾਨ ਤੇ ਰੱਦ ਹੋ ਸਕਦੀ, ਉਹ ਕਹਿੰਦੇ ਨਹੀਂ ਇਹ ਤੇ ਰੀੜ ਦੀ ਜਿਹੜਾ ਨੁਕਸਾਨ ਦੇਗਾ ਉਹ ਤਾਂ ਠੀਕ ਹੋਇਆ ਹੀ ਨਹੀਂ ਤੱਕ। ਅੱਛਾ, ਜਿਹੜੀ ਦਿਗਵਿਜੇ ਸਿੰਘ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਦੀ ਨਿੰਦਾ ਵੀ ਕੀਤੀ ਹੈ ਤੇ ਬਜਰੰਗ ਦਲ ਨੂੰ ਗੁੰਡੇ ਕਿਹਾ, ਭਾਜਪਾ ਦੇ ਗੁੰਡੇ ਤੱਕ ਕਿਹਾ ਜੀ। ਦੋਸਤੋ, ਜਿਹੜੀ ਰਿਪੋਰਟ ਆਈ ਹੈ ਪੱਟੀ ਸਾਹਿਬ, ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਭਾਰਤ 'ਚ ਨਫ਼ਰਤ ਨਾਲ ਨਜਿੱਠਣ ਲਈ ਜੂਝ ਰਹੀ ਹੈ ਫੇਸਬੁੱਕ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੁਝ ਲੋਕ ਪੂਰੇ ਦੇਸ਼ ਦਾ ਨਾਮ ਬਦਨਾਮ ਕਰਦੇ ਨੇ ਤੇ ਵਰਲਡ ਵਾਈਡ ਜਦੋਂ ਪੱਤਰਕਾਰ ਜਾਂ ਰਿਪੋਰਟਾਂ ਛਪਦੀਆਂ ਨੇ ਉਹਦੇ ਵਿੱਚ ਜ਼ਿਕਰ ਹੁੰਦਾ, ਇਹ ਲੋਕ ਮੁੜ ਕੇ ਪੱਲਾ ਝਾੜ ਕੇ ਬਹਿ ਜਾਂਦੇ ਨੇ, ਅਸੀਂ ਕੁਝ ਕੀਤਾ ਨਹੀਂ, ਤੇ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨਾ ਪੈਂਦਾ। ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ ਦਾ ਨਿਊਯਾਰਕ ਟਾਈਮਜ਼ ਰਿਪੋਰਟ 'ਚ ਛਪੀ ਹੈ, ਜਿਹਦੇ ਵਿੱਚ ਆ ਬਜਰੰਗ ਦਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਐਵੇਂ ਨਾ ਗਿੱਟੇ ਗੋਡੇ ਲਾ ਲਿਓ, ਪੰਜਾਬੀ ਟ੍ਰਿਬਿਊਨ 'ਚ ਛਪਿਆ ਤੇ ਜਿਹੜੀ ਅਖਬਾਰ ਦਾ ਉਲੱਥਾ ਮੈਂ ਉਹਦਾ ਨਾਮ ਹੀ ਦੇ ਰਿਹਾ। ਫੇਸਬੁੱਕ ਦੀ ਰਿਪੋਰਟ ਵਿੱਚ ਬਜਰੰਗ ਦਲ ਦਾ ਵੀ ਜ਼ਿਕਰ ਹੈ, ਜਿਹਦਾ ਤੁਸੀਂ ਜ਼ਿਕਰ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਸੰਗਠਨ ਅਜਿਹੀਆਂ ਪੋਸਟਾਂ ਪਾਉਂਦਾ ਹੈ ਜਿਸ ਨਾਲ ਮੁਸਲਮਾਨਾਂ ਵਿਰੋਧੀ ਬਿਰਤਾਂਤ ਘੜਿਆ ਜਾਂਦਾ ਹੈ। ਦਸਤਾਵੇਜ਼ ਦਿਖਾਉਂਦੇ ਹਨ ਕਿ ਫੇਸਬੁੱਕ ਬਜਰੰਗ ਦਲ ਨੂੰ ਖਤਰਨਾਕ ਸੰਗਠਨ ਕਰਾਰ ਦੇਣ ਬਾਰੇ ਸੋਚ ਰਿਹਾ ਹੈ, ਕਿਉਂਕਿ ਇਹ ਪਲੇਟਫਾਰਮ ਉੱਤੇ ਧਰਮ ਦੇ ਨਾਂ ਤੇ ਹਿੰਸਾ ਭੜਕਾਉਂਦਾ ਹੈ, ਪਰ ਹਾਲੇ ਤੱਕ ਅਜਿਹਾ ਕੀਤਾ ਨਹੀਂ ਗਿਆ। ਮੈਂ ਨਹੀਂ ਕਹਿੰਦਾ, ਪੰਜਾਬੀ ਟ੍ਰਿਬਿਊਨ ਤੇ ਜਾ ਕੇ ਪੜ੍ਹ ਸਕਦੇ ਹੋ। ਇਹ ਕੱਲ੍ਹ ਛਪੀ ਸੀਗੀ 25 ਅਕਤੂਬਰ ਨੂੰ ਔਰ 7:11 ਦੇ ਸਵੇਰੇ ਦੀ ਪੋਸਟ ਪਈ ਹੋਈ ਹੈ। ਦਾ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਉਲੱਥਾ ਹੈ ਔਰ ਇਹ ਤੁਸੀਂ ਅਗਲੇ ਹਿੱਸੇ ਦੇ ਵਿੱਚ ਸੁਣੋਗੇ। ਮੈਂ ਖਬਰ ਪੂਰੀ ਤਰ੍ਹਾਂ ਨਾਲ ਸਾਂਝੀ ਕਰਾਂਗਾ ਰੰਗਲਾ ਪੰਜਾਬ ਦੇ ਵਿੱਚ, ਪਰੰਤੂ ਮੇਰਾ ਅਗਲਾ ਕੁਐਸਚਨ ਹੈ ਪੱਟੀ ਸਾਹਿਬ ਕਿ ਕਿਸਾਨ ਆਗੂ ਨੇ ਜਗਜੀਤ ਸਿੰਘ ਟੱਲਾ ਨੇ ਕੈਪਟਨ ਨੂੰ ਆੜੇ ਹੱਥੀ ਲਿਆ ਹੈ, ਕਾਫੀ ਗਰਮ ਨੇ ਦੋਨੋਂ ਤਰ੍ਹਾਂ। ਕਿਹਾ ਕਿ ਉਹ ਸਪਸ਼ਟ ਕਰਨ ਕਿ ਜਿਹੜੀਆਂ 13 ਕਿਸਾਨ ਜਥੇਬੰਦੀਆਂ ਉਹਨਾਂ ਦੇ ਸੰਪਰਕ ਵਿੱਚ ਹਨ, ਵਰਨਾ ਧੂੜ ਵਿੱਚ ਟੱਟੂ ਨਾ ਭਜਾਉਣ। ਕੈਪਟਨ ਅਮਰਿੰਦਰ ਸਿੰਘ ਨੇ ਕਿ ਬਿਆਨ ਦਿੱਤਾ,
ਉਹਨਾਂ ਕਿ ਜੀ 13 ਕਿਸਾਨ ਜਥੇਬੰਦੀਆਂ ਮੇਰੇ ਕੰਟੈਕਟ ਦੇ ਵਿੱਚ। ਜੀ। ਜਗਜੀਤ ਸਿੰਘ ਡੱਲੇਵਾਲ ਬੜੇ ਸੁਲਝੇ ਹੋਏ ਕਿਸਾਨ ਆਗੂ ਨੇ, ਮੇਨ ਤੋਲ ਕੇ ਗੱਲ ਕਰਨੀ ਜਾਣਦੇ ਨੇ, ਅਫਸਰਾਂ ਨਾਲ ਗੱਲ ਕਰਨੀ ਜਾਣਦੇ ਨੇ, ਆਮ ਲੋਕਾਂ ਨਾਲ ਗੱਲ ਕਰਨੀ ਜਾਣਦੇ। ਉਹਨਾਂ ਨੇ ਕੈਪਟਨ ਨੂੰ ਤਾੜਨਾ ਕੀਤੀ, ਜਾਂ ਤੇ ਭਾਈ ਬਕਾਇਦਾ ਤੌਰ ਤੇ ਉਹਨਾਂ 13 ਜਥੇਬੰਦੀਆਂ ਦੇ ਨਾਂ ਦੱਸ, ਜੇ ਨਹੀਂ ਤੇ ਤੈਨੂੰ ਕੋਈ ਅਧਿਕਾਰ ਨਹੀਂ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਕੋਈ ਠੇਸ ਪਹੁੰਚਾਉਣ। ਅਸੀਂ 32 ਜਥੇਬੰਦੀਆਂ ਇਕੱਠੀਆਂ ਵਾ, ਹਰਿਆਣੇ 10 ਜਥੇਬੰਦੀਆਂ ਉਹ ਇਕੱਠੇ, ਸਾਰੇ ਇੱਕ ਮੰਚ ਤੇ ਇਕੱਠੇ। ਅਸੀਂ ਕੀ ਗੱਲ ਤੈਨੂੰ ਚੰਗੇ ਲੱਗਦੇ ਇਕੱਠੇ? ਅਸੀਂ ਤੂੰ ਭਾਜਪਾ 'ਚ ਜਾਣਾ ਤੇ ਜੀ ਸਦਕੇ ਜਾ, ਅਸੀਂ ਤੈਨੂੰ ਰੋਕਦੇ ਨਹੀਂ, ਤੂੰ ਜਿੱਥੇ ਮਰਜ਼ੀ ਜਾ। ਲੇਕਿਨ ਸਾਡੀ ਡਿਮਾਂਡ ਜਿਹੜੀ ਆ, ਤਿੰਨੇ ਬਿੱਲ ਰੱਦ, ਕਾਲੇ ਕਾਨੂੰਨ ਰੱਦ ਕੀਤੇ ਜਾਣ ਤੇ ਨਾਲ ਬਕਾਇਦਾ ਤੌਰ ਤੇ MSP ਦੀ ਗਰੰਟੀ ਦਿੱਤੀ ਜਾਵੇ, ਤੇ ਨਾਲ ਹੁਣ 2 ਡਿਮਾਂਡ ਸਾਡੀਆਂ ਹੋ ਰਹੀ। ਅਜੇ ਮਿਸ਼ਰਾ ਨੂੰ ਬਕਾਇਦਾ ਤੌਰ ਤੇ ਬਰਖਾਸਤ ਕਰਕੇ ਤੇ 120 ਚ ਗ੍ਰਿਫਤਾਰ ਕੀਤਾ ਜਾਵੇ। ਇਸ ਕਰਕੇ ਕੈਪਟਨ ਸਾਹਿਬ, ਅਸੀਂ ਨਹੀਂ ਕਹਿੰਦੇ ਤੁਸੀਂ ਜੋ ਮਰਜ਼ੀ ਕਰੋ, ਜੇ ਤੁਹਾਡੇ ਕੋਲ ਜਥੇਬੰਦੀਆਂ ਦੇ ਨਾਂ ਹੈਗੇ ਆ ਤੇ ਬਕਾਇਦਾ ਤੌਰ ਤੇ ਉਹਨਾਂ ਨੂੰ ਜਨਤਕ ਕਰੋ, ਅਸੀਂ ਪੁੱਛ ਕੇ ਵੀ ਜਥੇਬੰਦੀਆਂ ਕਿਹੜੀਆਂ ਹੈਗੀਆਂ। ਜੀ ਬਿਲਕੁਲ ਬਿਲਕੁਲ। ਤੇ ਜੇ ਤੁਹਾਡੇ ਕੋਲ ਭਾਜਪਾ ਮਾਰ ਕੇ ਜਥੇਬੰਦੀ ਨੂੰ, ਤੁਸੀਂ ਉਹ ਵੀ ਦੱਸ ਦਿਓ ਆ ਹੈਗੀ ਆ, ਅਸੀਂ ਤੁਹਾਨੂੰ ਉਹਦਾ ਸਪਸ਼ਟ ਕਰ ਦਈਏ ਵੀ ਨਹੀਂ ਔਕਾਤ ਕੀ ਹੈਗੀ। ਤੇ ਚੰਗਾ ਆੜੇ ਹੱਥੀ ਬਕਾਇਦਾ ਤੌਰ ਤੇ ਕੈਪਟਨ ਨੂੰ ਲਿਆ ਵੀ ਤੁਸੀਂ, ਤੁਹਾਡਾ ਜਿਹੜਾ ਪਿਛੋਕੜ ਆ ਉਹ ਇਦਾਂ ਦਾ ਹੀ ਸਾਰਾ, ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ। 1 ਸਾਲ ਘੱਟ 11 ਮਹੀਨੇ ਹੋ ਗਏ ਨੇ ਦਿੱਲੀ ਸਰਹੱਦ ਤੇ ਲੱਗੇ ਮੋਰਚੇ ਨੂੰ। ਕਿਸਾਨਾਂ ਨੇ ਹੁਣ ਜ਼ਿਲ੍ਹਾ DCs ਨੂੰ ਮੰਗ ਪੱਤਰ ਵੀ ਦਿੱਤੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੱਟੀ ਸਾਹਿਬ? ਬਿਲਕੁਲ ਜੀ, ਕਿਸਾਨਾਂ ਨੂੰ ਮੋਰਚੇ ਲਾਏ ਨੂੰ ਸਿਰਫ 11 ਮਹੀਨੇ ਨਹੀਂ, ਕਰੀਬ 1.5 ਸਾਲ ਹੋ ਚੱਲਿਆ। ਬਾਰਡਰ ਤੇ 11 ਮਹੀਨੇ। ਹਾਂਜੀ, ਪਹਿਲਾਂ ਉਹ ਪੰਜਾਬ 'ਚ ਬੈਠੇ ਰਹੇ ਨੇ, ਪੰਜਾਬ ਤੋਂ ਬਾਅਦ ਮੁੜ ਕੇ ਉਹ ਬਾਰਡਰ ਦਿੱਲੀ ਗਏ ਨੇ। ਨਿਸ਼ਾਨਾ ਉਹਦਾ ਰਾਮਲੀਲਾ ਗਰਾਊਂਡ ਸੀ, ਜਿੱਥੇ ਬਕਾਇਦਾ ਤੌਰ ਤੇ ਸਰਕਾਰ ਕਹਿੰਦੀ ਤੁਸੀਂ ਇੱਥੇ ਆਪਣੇ ਦੋਸਤ ਮੁਜ਼ਾਹਰੇ ਕਰ ਸਕਦੇ। ਲੇਕਿਨ ਉਹਨਾਂ ਨੂੰ ਦਿੱਲੀ ਬਾਰਡਰ ਨਹੀਂ ਟੱਪਣ ਦਿੱਤਾ ਤੇ ਰਸਤੇ 'ਚ ਬੈਠ ਕੇ। ਅੱਜ ਉਹਨਾਂ ਨੂੰ 11 ਮਹੀਨੇ ਹੋ ਗਏ, ਉਹਨਾਂ ਦਾ ਪ੍ਰੋਗਰਾਮ ਅੱਜ ਕੁਝ ਹੋਰ ਸੀਗਾ। ਪ੍ਰੋਗਰਾਮ ਬਕਾਇਦਾ ਤੌਰ ਤੇ ਉਹਨਾਂ ਲਿਖਿਆ ਸੀ ਕਿ ਮਖਲਊ ਦੇ ਵਿੱਚ ਬਕਾਇਦਾ ਤੌਰ ਤੇ 26 ਅਕਤੂਬਰ ਨੂੰ ਇੱਕ ਮਹਾਂ ਪੰਚਾਇਤ ਕੀਤੀ ਜਾਵੇ। ਉਹ ਮੁਲਤਵੀ ਕਿਉਂ ਕਰਨੀ ਪਈ? ਮੌਸਮ ਦੀ ਖਰਾਬੀ ਕਰਕੇ ਤੇ ਕੁਝ ਕਿਸਾਨਾਂ ਨੇ ਕਿਹਾ ਵੀ ਸਾਨੂੰ ਆਪਣੀ ਕਣਕ ਬੀਜ ਲੈਣ ਦੇ, ਉਹਦੇ ਕਰਕੇ ਉਹਦੀ ਡੇਟ ਹੁਣ 22 ਨਵੰਬਰ ਰੱਖੀ ਹੈ। ਲੇਕਿਨ ਉਹਨਾਂ ਨੇ ਕਿਹਾ ਕਿ ਇਹ 11 ਮਹੀਨੇ ਦੇ ਉੱਤੇ ਅਸੀਂ ਆਪਣੀ ਕਾਰਵਾਈ ਜ਼ਰੂਰ ਕਰਾਂਗੇ। ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਵੀ ਆਪਣੇ ਆਪਣੇ ਮੰਗ ਪੱਤਰ ਲੈ ਲਓ ਤੇ ਬਕਾਇਦਾ ਤੌਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿਓ। ਉਹ ਜਿੱਥੇ ਜਿੱਥੇ ਵੀ ਕਿਸਾਨ ਬੈਠੇ ਸਭ ਜਗ੍ਹਾ ਉਹਨਾਂ ਦਿੱਤੇ, ਤੇ ਕਈ ਜਗ੍ਹਾ ਜਿੱਥੇ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਨੇ ਮੋਰਚੇ ਲਾਏ, ਉੱਥੇ ਢਾਡੀ ਵੀ ਲਾਏ, ਕਮਿਸ਼ਨ ਵੀ ਲਾਏ ਕਿ ਸਾਡਾ ਸਿੱਖ ਇਤਿਹਾਸ ਸਾਨੂੰ ਦੱਸਿਆ ਜਾਵੇ ਕਿ ਅਸੀਂ ਕੌਣ। ਇਸ ਕਰਕੇ ਕਿਸਾਨਾਂ ਨੇ ਵੱਡੀ ਗਿਣਤੀ ਤੇ ਮੁਜ਼ਾਹਰੇ ਵੀ ਕੀਤੇ, ਅੱਜ ਮਾਰਚ ਵੀ ਕੀਤੇ ਤੇ ਆਪਣੇ ਮੰਗ ਪੱਤਰ ਵੀ DC ਨੂੰ ਦਿੱਤੇ। ਮੈਂ ਸੋਚਦਾ ਵੀ ਇਹਨਾਂ ਦੀ ਜੰਗ ਜਾਰੀ ਰਹੇਗੀ। ਸਤਿਗੁਰੂ ਭਲੀ ਕਰਨ। 9 ਮਹੀਨੇ ਚੱਲਿਆ ਸੀ ਪਗੜੀ ਸੰਭਾਲ ਮੋਰਚਾ ਤੇ ਇਹਨੂੰ 11 ਮਹੀਨੇ ਹੋ ਗਏ, ਜੇ ਪਤਾ ਨਹੀਂ ਹੋਰ ਕਿੰਨੇ 11 ਮਹੀਨੇ ਚੱਲਣਾ ਜੀ। ਸੁਪਰੀਮ ਕੋਰਟ ਨੇ ਇੱਕ ਵਾਰੀ ਫਿਰ ਤੋਂ UP ਸਰਕਾਰ ਤੇ ਪੁਲਿਸ ਨੂੰ ਆੜੇ ਹੱਥੀ ਲਿਆ, ਕਿਹਾ ਕਿ 5000 ਬੰਦਿਆਂ ਵਿੱਚੋਂ 23 ਗਵਾਹ ਹੀ ਕਿਉਂ? ਬੜਾ ਵੱਡਾ ਸਵਾਲ ਹੈ। ਅਗਲੀ ਸੁਣਵਾਈ 8 ਨਵੰਬਰ ਨੂੰ ਹੋਣ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਮੇਰੇ ਖਿਆਲ ਹੈਗਾ ਸੀ ਆਪਣੇ ਇਹਨਾਂ ਦੇ ਵਕੀਲ ਸਰਕਾਰ ਦੇ, ਉਹ ਪੇਸ਼ ਹੋਏ ਨੇ ਅਦਾਲਤ ਦੇ ਵਿੱਚ। ਕਾਫੀ ਮਹਿੰਗੇ ਵਕੀਲ ਨੇ, ਨੈਸ਼ਨਲ ਬੇਸਿਕ ਨੰਬਰ, ਕਾਫੀ ਮਹਿੰਗੇ ਵਕੀਲ ਨੇ। ਉਹ ਅਦਾਲਤ 'ਚ ਪੇਸ਼ ਹੋਏ ਨੇ ਤੇ ਜਦੋਂ ਉਹਨਾਂ ਨੇ ਕਿਹਾ ਜੀ ਆਹ 68 ਗਵਾਹ ਨਾ, ਇਹਨਾਂ ਦੇ ਵਿੱਚੋਂ ਅਸੀਂ 30 ਦੀ ਜਿਹੜੀ ਸੀ ਬਿਆਨ ਦਰਜ ਕੀਤੇ ਨੇ, 23 ਨੇ ਮੰਨਿਆ ਵੀ ਉੱਥੇ ਸਿਆ ਵੇਖਿਓ। ਫਿਰ 23 ਸਿਰਫ 4-5000 ਬੰਦਾ ਇਕੱਠਾ ਹੋਵੇ, ਲੋਕ ਲਵੇ ਜਿਹੜੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ, ਤੇ ਫਿਰ ਤੁਸੀਂ 23 ਕਰ ਰਹੇ ਹੋ? ਕਿਉਂ 23?
ਉਹ ਕਹਿੰਦੇ ਸਾਨੂੰ ਨਹੀਂ ਪਤਾ, ਜੋ ਮਰਜ਼ੀ ਕਰੋ, ਇਹ ਚੀਜ਼ ਪੂਰੀ ਜਿਹੜੀ ਤਰੀਕੇ ਨਾਲ ਸਲੀਕੇ ਨਾਲ ਸਹੀ ਤਰੀਕੇ ਨਾਲ ਦੀ ਪੜਤਾਲ ਕਰਕੇ ਲਿਆਓ, ਸਾਰੇ ਗਵਾਹਾਂ ਦੇ ਬਿਆਨ ਕਲਮਬੰਦ ਕਰੋ, ਸਾਨੂੰ ਆ ਕੇ ਰਿਪੋਰਟ ਦਿਓ ਤਾਂ ਕਿ ਅਸੀਂ ਅਗਲੀ ਕਾਰਵਾਈ ਕਰ ਸਕੀਏ। ਲੇਕਿਨ ਉਮੀਦ ਸੀ ਅੱਜ ਵੀ ਸ਼ਾਇਦ ਸੁਪਰੀਮ ਕੋਰਟ ਦੀ ਗਾਜ ਅਜੇ ਨਿਸ਼ਦ ਦੇ ਡਿੱਗੇਗੀ, ਲੇਕਿਨ ਉਹਨਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਤੇ ਹੁਣ ਅਗਲੀ ਤਰੀਕ 8 ਨਵੰਬਰ ਪਾਤੀ ਜੀ, 8 ਨਵੰਬਰ ਨੂੰ ਪੂਰੀ ਡਿਟੇਲ ਲੈ ਕੇ ਆਓ। ਲੇਕਿਨ ਲਿੰਚਕ ਦੇ ਵਿੱਚ ਪਤਾ ਲੱਗਾ ਵੀ ਦੋ ਬੰਦੇ, ਇੱਕ ਗੁਰਵਿੰਦਰ ਸਿੰਘ ਤੇ ਇੱਕ ਚਿਤਰਾ ਨਾਮੀ, ਉਹ ਜੈਸਵਾਲ ਜਿਹੜੀ ਬਣੀ ਆ ਸਿੱਟ ਬਣੀ, ਉਹਨਾਂ ਦੇ ਦੋ ਬੰਦੇ ਉਹ ਗ੍ਰਿਫਤਾਰ ਕੀਤੇ ਆ ਹਿੰਸਾ ਭੜਕਾਉਣ ਦੇ ਦੋਸ਼ ਦੇ ਵਿੱਚ। ਉਹ ਬੰਦੇ ਕਿਹਦੇ ਆ ਕਿਹਦੇ ਨਹੀਂ ਇਹ ਤੇ ਪਤਾ ਨਹੀਂ ਲੱਗਾ ਅਜੇ ਤੱਕ, ਲੇਕਿਨ ਇਹ ਦੋ ਬੰਦੇ ਉਹਨਾਂ ਨੇ ਗ੍ਰਿਫਤਾਰ ਕਰ ਲਏ ਹੋਰ ਨਵੇਂ। ਕੈਪਟਨ ਦੇ ਕੋਲੋਂ ਕੁਰਸੀ ਖੋਣ ਉਪਰੰਤ ਅਜੇ ਤੱਕ ਦਾ ਜੇ ਲੇਖਾ ਜੋਖਾ ਤੁਸੀਂ ਵੇਖੋ, ਤੁਹਾਨੂੰ ਲੱਗਦਾ ਹੈ ਕਿ ਚੰਨੀ ਸੋਨਾ ਨੇ ਕੋਈ ਪੂਣੀ ਕੱਤੀ ਹੈ ਜਾਂ ਨਹੀਂ, ਜਾਂ ਅਜੇ ਚਰਖਾ ਹੀ ਡਾਹ ਕੇ ਬੈਠੇ ਨੇ, ਘੁਮਾ ਕੇ ਵੇਖਦੇ ਕਿ ਤਕੜਾ ਸਿੱਧਾ ਕਿ ਨਹੀਂ? ਚਰਖਾ ਵੀ ਨਹੀਂ ਡਾਇਆ, ਜੇ ਚਰਖਾ ਵੀ ਡਾਇਆ ਤਾਂ ਕੀ ਆਸ ਬੈ ਜੇ ਵੀ ਕੁਛ ਨਾ ਕੁਛ ਕਰ ਦੇਣਗੇ। ਗੱਲਾਂ ਕੀਤੀਆਂ ਨੇ, ਇਸ਼ਤਿਹਾਰ ਦੇਤੇ ਅਖਬਾਰਾਂ ਤੇ, ਕਿਸਾਨਾਂ ਨੂੰ ਅਸੀਂ ਦੇਤੇ ਜੀ, ਵੇਖੋ ਜੀ ਆ ਦੇ ਰਹੇ ਨਾ ਇਹਨਾਂ ਅਸੀਂ ਨਾ ਮੁਆਵਜ਼ਾ ਦੇ ਰਹੇ ਜੀ ਕਿਸਾਨਾਂ ਨੂੰ ਅਸੀਂ, ਲੇਕਿਨ ਅਜੇ ਤੱਕ ਖਰਾਬੇ ਦੀ ਗਰਦੌਰੀ ਨਹੀਂ ਕੀਤੀ ਕਿਸੇ ਪਟਵਾਰੀ ਨੇ। ਇਸ਼ਤਿਹਾਰ ਅਖਬਾਰਾਂ ਨੇ ਪਹਿਲਾਂ ਦੇ ਦਿੱਤੇ, ਬੜੀ ਕਾਹਲੇ ਆ ਅਸੀਂ, ਦੇਖੋ ਸਾਡੀ ਫੋਟੋ ਛਪਣੀ ਚਾਹੀਦੀ, ਥੀਏਟਰ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਪਹਿਲਾਂ ਇਹਨਾਂ ਦਾ ਪ੍ਰੋਗਰਾਮ ਸੀਗਾ 18 ਨਕਾਤੀ, ਫਿਰ ਬਣਿਆ 4 ਨਕਾਤੀ, ਫਿਰ ਬਣਿਆ 13 ਨਕਾਤੀ। ਚੰਨੀ ਸਾਹਿਬ, ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, 18 ਵੀ ਭੁੱਲ ਜਾਓ ਤੇ 13 ਵੀ ਭੁੱਲ ਜਾਓ, ਸਿਰਫ 4 ਨਕਾਤੀ ਪ੍ਰੋਗਰਾਮ ਜਿਹੜਾ ਹੈਗਾ ਉਹਦੇ ਵਿੱਚ ਕੀ ਆ? ਉਹਦੇ ਵਿੱਚ ਪਹਿਲੀ ਮੱਦ ਇਹ ਆ ਵੀ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੇ ਬਾਈਬਲ ਕਲਾ ਗੋਲੀ ਕਾਂਡ ਨੂੰ ਅੰਜਾਮ ਦੇਣ ਦੇ ਦੋਸ਼ੀਆਂ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਉਹਨੂੰ ਸਜ਼ਾਵਾਂ ਦਿੱਤੀਆਂ ਜਾਵੇ। ਦੂਜਾ ਹੈਗਾ ਵਾ ਨਸ਼ਾ ਮਾਫੀਆ ਨੂੰ ਨੱਥ ਪਾ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ, ਜਿਹੜੀ ਤੁਸੀਂ ਮੱਧ ਪ੍ਰਦੇਸ਼ ਦੇ ਲੈ ਕੇ ਤੁਰੇ ਸੀ, ਜਿਹਦੇ ਤੇ ਸੋਹਾ ਖਾ ਕੇ ਤੁਸੀਂ ਬਕਾਇਦਾ ਤੌਰ ਤੇ ਪੁੱਛੀਆਂ ਹੋਈਆਂ। ਤੀਜਾ ਹੈਗਾ ਸੀ ਮਾਈਨਰ ਮਾਫੀਆ ਨੂੰ ਕੰਟਰੋਲ ਕਰਨਾ, ਤੇ ਚੌਥਾ ਹੈਗਾ ਸੀ ਅਕਾਲੀ ਭਾਜਪਾ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰ, ਜਿਹੜੇ ਕਾਲੇ ਕਾਨੂੰਨ ਬਣੇ। ਤੁਸੀਂ ਇਹ ਦੱਸ ਦਿਓ ਵੀ 1 ਮਹੀਨੇ ਤੋਂ ਵੱਧ ਸਮੇਂ ਤੋਂ ਹੋ ਗਿਆ, ਤੁਸੀਂ ਇੱਕ ਵੀ ਮੱਦ ਤੇ ਕੋਈ ਅਮਲ ਕੀਤਾ ਇਸ ਤੱਕ? ਸਿੱਧੂ ਸਾਹਿਬ ਸੱਚੇ ਹੁੰਦੇ ਨੇ, ਕਦੇ ਕਰਦੇ ਕੁਝ ਨਹੀਂ ਹੈਗੇ। ਮੰਤਰੀ 3 ਮੰਤਰੀ ਤੁਸੀਂ ਨਵੇਂ ਲਏ ਨੇ, ਇੱਕ ਲਿਆ ਰਾਜਾ ਵੜਿੰਗ, ਇੱਕ ਲਿਆ ਪ੍ਰਗਟ ਸਿੰਘ, ਇੱਕ ਲਿਆ ਰਾਜਕੁਮਾਰ। ਤਿੰਨੇ ਮੰਤਰੀ ਕੰਮ ਕਰ ਰਹੇ ਆਪਣੇ ਖੇਤਰ ਦੇ ਵਿੱਚ। ਰਾਜਾ ਵੜਿੰਗ ਨੇ ਜਿਸ ਤਰੀਕੇ ਨਾਲ ਜਿਹੜੀ ਮਾਫੀਆ ਨੂੰ ਨਕੇਲ ਪਾਈ ਹੈ, ਨਕੇਲ ਨਹੀਂ ਪੈਸੇ ਨੂੰ ਕੰਟਰੋਲ ਕੀਤਾ, ਕਿਉਂਕਿ ਟਰਾਂਸਪੋਰਟ ਮਾਫੀਆ ਬੜਾ ਵੱਡਾ ਜੀ। 14 ਸਾਲ ਇਹਨਾਂ ਲੋਕਾਂ ਨੇ ਬਿਲਕੁਲ ਟੈਕਸ ਨਹੀਂ ਭਰਿਆ, ਗੱਡੀਆਂ ਚਲਾਉਂਦੇ ਰਹੇ ਨੇ, ਕਹਿੰਦੇ ਰਹੇ ਨੇ ਸਾਡੇ ਪੱਲੇ ਕੁਛ ਨਹੀਂ ਹੈਗਾ। 95 ਲੱਖ ਰੁਪਇਆ ਸਰਕਾਰ ਨੇ ਇਹਨਾਂ ਨੂੰ ਰਿਬੇਟ ਦੇ ਦਿੱਤੀ ਵੀ ਚਲੋ ਤੁਹਾਨੂੰ ਰਿਬੇਟ ਦੇ ਦਿੰਦੇ, ਜਿਹੜੀ ਆ ਜਦੋਂ ਰਿਹਾ ਸਾਡਾ ਕਰੋਨਾ ਰਿਹਾ, ਤੁਸੀਂ ਤੁਹਾਡੀ ਗੱਡੀਆਂ ਨਹੀਂ ਚੱਲ ਸਕਦੀ। ਲੇਕਿਨ ਫਿਰ ਵੀ ਅੱਜ ਦੀ ਡੇਟ ਦੇ ਵਿੱਚ 14 ਸਾਲ ਕੋਈ ਟੈਕਸ ਨਹੀਂ ਭਰਨਾ, ਕੌਣ ਉੱਥੇ ਜ਼ਿੰਮੇਵਾਰ ਕੌਣ ਹੈਗਾ? 14 ਸਾਲ ਤੋਂ ਥੋੜਾ ਨਹੀਂ ਹੈਗਾ ਜੀ। ਹੁਣ ਜੇ ਰਾਜੇ ਵੜਿੰਗ ਨੇ ਢਿਬਰੀ ਟੈਟ ਕੀਤੀ ਆ, 258 ਬੱਸਾਂ ਫੜ ਕੇ ਅੰਦਰ ਦਿੱਤੀਆਂ ਨੇ, ਉਹਦੇ ਵਿੱਚ ਕਾਂਗਰਸ ਦੀ ਵੀ ਆ, ਉਹਦੇ ਚ ਕਾਲੀਆਂ ਨਹੀਂ, ਉਹ ਚ ਭਾਜਪਾ, ਸਾਰੇ ਨੇ ਬੱਸਾਂ ਚ। ਪਰ ਟਰਾਂਸਪੋਰਟ ਤਾਂ ਹੈ ਪੋਲੀਟੀਸ਼ੀਅਨ ਦੀ, ਬਾਕੀ ਤਾਂ ਕਿਤੇ ਹੈ ਹੀ ਨਹੀਂ, ਗਰੀਬ ਦੀ ਹੈ ਹੀ ਨਹੀਂ। ਪਰ ਸਾਬਕਾ ਭਾਜਪਾ ਮੰਤਰੀ ਮਾਸਟਰ ਮੋਹਨ ਲਾਲ ਹੁਣਾਂ ਦਾ ਬਿਆਨ ਵੀ ਕਾਬਲੇ ਗੌਰ ਹੈ ਕਿ ਬੱਸਾਂ ਫੜਨ ਤੇ ਅੰਦਰ ਕਰਨ ਨਾਲ ਕੁਝ ਨਹੀਂ ਹੋਣ ਵਾਲਾ, ਇਹ ਮਾਫੀਆ ਬੜਾ ਤਾਕਤਵਰ ਹੈ। ਬਿਲਕੁਲ ਜੀ, ਕਿਹਾ ਉਹਨਾਂ ਨੇ ਮੈਨੇਜਮੈਂਟ ਨਾਲ ਕੰਮ ਕਰਨਾ ਚਾਹੀਦਾ। ਉਹਨਾਂ ਨੇ ਬਕਾਇਦਾ ਇੰਨੀ ਗੱਲ ਕਹੀ ਆ ਕਿ ਜਦੋਂ ਮੈਂ ਟਰਾਂਸਪੋਰਟ ਮਿਨਿਸਟਰ ਸੀ ਤੇ ਮੈਂ ਇੱਕ ਵਾਰੀ 10 ਬੱਸਾਂ ਫੜ ਕੇ ਅੰਦਰ ਕਰਤੀ ਹੈ, ਤੇ ਮੈਨੂੰ ਬਾਦਲ ਸਾਹਿਬ ਕਹਿੰਦੇ ਪੰਡਿਤ ਜੀ ਕੀ ਕਰੀ ਜਾਂਦੇ ਹੋ ਤੁਸੀਂ, ਛੱਡ ਦਿਓ ਇਹਨਾਂ ਨੂੰ। ਜਦੋਂ ਮਲੋਟ ਦੇ ਵਿੱਚ ਮੋਦੀ ਸਾਹਿਬ ਆਏ ਸੀ ਤੇ ਪੁੱਛਿਆ ਨਹੀਂ ਮਾਸਟਰ ਨੂੰ ਕਿਸੇ ਨੇ ਕਿ ਤੂੰ ਮਾਸਟਰ ਵੀ ਮੰਤਰੀ ਇੱਥੇ ਹੈਗਾ, ਲੇਕਿਨ ਉਹਦੇ ਤੋਂ ਅਗਲੇ ਦਿਨ ਥੋੜੇ ਦਿਨ ਦੇ ਵਿੱਚ ਸੀ ਮੰਤਰੀਸ਼ਿਪ ਖੋਹੀ ਸੀ ਟਰਾਂਸਪੋਰਟ। ਕਿਉਂ ਖੋਈ ਸੀ? ਕਿ ਇਹ ਕੱਲ ਨੂੰ ਫਿਰ ਆਪਣੀ ਮਰਜ਼ੀ ਕਰੂਗਾ,
ਉਹ ਕਹਿੰਦੇ ਜੀ ਤੁਸੀਂ ਮਾਲਕ ਕੋ ਜੋ ਕਰ ਲਓ ਠੀਕ ਚੀਜ਼, ਮੈਨੂੰ ਹਾਇਰ ਐਜੂਕੇਸ਼ਨ ਦਿੱਤੀ, ਕਹਿੰਦਾ ਮੈਨੂੰ ਦੱਸ ਦੇ ਮੇਰਾ ਕੰਮ ਇੱਥੇ ਮੇਰਾ ਕੀ ਹੈਗਾ, ਦੱਸ ਦੇ ਮੈਨੂੰ ਕੰਮ ਦਾ ਮੈਂ ਕੀ ਕੰਮ ਕਰਨਾ। ਹਾਂ ਵੀ ਮੇਰਾ ਵੇ ਮਰ ਕੇ ਮੈਂ ਸਕੂਲਾਂ 'ਚ ਛਾਪੇ ਮਾਰਾਂ, ਤੁਸੀਂ ਕਹੋ ਬਹਿਓ ਆਰਾਮ ਨਾਲ, ਛਾਪੇਕਾਰੀ ਮਾਰ ਦਿਓ, ਉੱਥੇ ਬੀਬੀਆਂ ਨੂੰ ਦਿਓ ਸਵਾਟਰ ਬੁਣਨ। ਨਹੀਂ ਹਾਇਰ ਐਜੂਕੇਸ਼ਨ ਯੂਨੀਵਰਸਿਟੀ ਹੋਣੀ ਹੈ ਜੀ, ਵਾਟਐਵਰ ਜੋ ਵੀ ਹੈ ਯੂਨੀਵਰਸਿਟੀ ਦੀਆਂ, ਉੱਥੇ ਕਿਹੜੇ ਉੱਥੇ ਵੀ ਸਮੋਸੇ ਪਾਰਟੀਆਂ ਚੱਲਦੀਆਂ ਹੀ ਆ। ਚਲੋ ਉੱਥੇ ਵੀ ਉਹਨਾਂ ਵਿਚਾਰਿਆਂ ਨੇ ਫਿਰ ਉਹ ਚੁੱਪ ਕਰਕੇ ਬਹਿ ਗਏ ਵੀ ਚਲੋ ਠੀਕ ਜਿੱਦਾਂ ਚੱਲਦਾ ਚੱਲੀ ਜਾਣ। ਕੈਪਟਨ ਸਾਹਿਬ ਦੇ ਟਾਈਮ ਦੇ ਉੱਤੇ 2 ਮੰਤਰੀ ਰਹੇ, ਪਹਿਲਾਂ ਔਰਨਾ ਰਾਣੀ ਰਹੀ, ਮੁੜ ਕੇ ਰਜੀਆ ਸੁਲਤਾਨਾ ਰਹੀ ਟਰਾਂਸਪੋਰਟ, ਦੋਵਾਂ ਨੇ ਕੱਖ ਨਹੀਂ ਕੀਤਾ। ਅੱਜ ਰਾਜਾ ਵੜਿੰਗ ਇੰਡੀਪੈਂਡੈਂਟ ਮੁੱਖ ਮੰਤਰੀ ਹੈ, ਪਹਿਲਾਂ ਕਹਿੰਦਾ ਸੀ ਤੇ ਮੈਨੂੰ ਮੰਤਰੀ ਬਣਾਓ ਟਰਾਂਸਪੋਰਟ ਦਾ, ਤੇ ਮੈਂ ਦੱਸਾਂ ਕੰਮ ਕਿਵੇਂ ਕਰਨਾ। ਅੱਜ ਕੰਮ ਕੀਤਾ ਉਹਨਾਂ ਨੇ, ਲੇਕਿਨ ਮਾਸਟਰ ਮੋਹਨ ਲਾਲ ਦੀ ਬਕਾਇਦਾ ਤੌਰ ਤੇ ਰਾਜਾ ਵੜਿੰਗ ਨੂੰ ਹਦਾਇਤ ਆ, ਰਾਜਾ ਜੀ ਆਪਣੀ ਸਿਕਿਉਰਿਟੀ ਦਾ ਖਾਸ ਬੰਦੋਬਸਤ ਰੱਖਿਓ, ਤਰੀਕੇ ਤੇ ਤਰੀਕੇ ਨਾਲ ਚੱਲਿਓ। ਇਹ ਜਿਹੜਾ ਟਰਾਂਸਪੋਰਟ ਮਾਫੀਆ ਬੜਾ ਸਟਰੋਂਗ, ਇਹ ਕੁਝ ਵੀ ਕਰ ਸਕਦਾ। ਮਾਫੀਆ ਤਾਂ ਮਾਫੀਆ ਹੀ ਹੈ ਨਾ ਜੀ, ਮਾਫੀਆ ਲਫ਼ਜ਼ ਲਾਤਾ। ਹਾਂ ਅਗਲੀ ਵੀ ਗੱਲ ਕਹੀ, ਫਿਰ ਬੱਸਾਂ ਫੜਨਾ ਤੁਹਾਡਾ ਕੰਮ ਨਹੀਂ ਚੱਲਣਾ ਨਾ, ਇਹਨੂੰ ਮੈਨੇਜਮੈਂਟ ਚਲਾਓ। ਮੈਨੇਜਮੈਂਟ ਕਿਵੇਂ ਕਰਨੀ ਹੈ? ਮੈਨੇਜਮੈਂਟ ਕਰਨੀ ਆ ਵੀ ਪ੍ਰਾਈਵੇਟ ਦੇ ਬਰਾਬਰ ਤੁਹਾਡੀ ਬੱਸ ਖਲੋਤੀ ਹੋਵੇ ਉੱਥੇ। ਇੰਨੀਆਂ ਕਿ ਬੱਸਾਂ ਪਾ ਲਓ, ਕਹਿੰਦੇ ਜਦੋਂ ਮੈਂ ਟਰਾਂਸਪੋਰਟ ਮਿਨਿਸਟਰੀ 4000 ਬੱਸਾਂ ਪਾਈਆਂ ਸੀ ਜੀ, ਤੇ ਅੱਜ ਵੀ ਸਾਡਾ ਜਿਹੜਾ ਪੰਜਾਬ ਵਿੱਚ ਸਮਝੌਤਾ ਹੋਇਆ ਸੀ ਬੱਸਾਂ ਪਾਉਣ ਦਾ ਲੋਨ ਲੈ ਕੇ, ਜੀ ਅੱਜ ਵੀ ਸਾਡਾ ਸਮਝੌਤਾ ਉਹ ਬਰਕਰਾਰ ਪੰਜਾਬ ਦੇ ਸੰਬੰਧ। ਮੈਂ ਕਹਿੰਦਾ ਤੇ ਤੁਸੀਂ ਜੇ ਇਹਨੂੰ ਮੈਨੇਜਮੈਂਟ ਚਲਾਓਗੇ ਤੇ ਬਚੋਗੇ, ਨਹੀਂ ਤੇ ਬੱਸਾਂ ਬੰਦ ਕਰਨਾ ਕੁਛ ਨਹੀਂ ਹੋਣਾ। 60% ਦੀ 60 ਤੋਂ ਲੈ ਕੇ 65% ਦੀ ਅੱਜ ਵੀ ਜਿਹੜੀਆਂ ਬੱਸਾਂ ਨੇ ਉਹ ਪ੍ਰਾਈਵੇਟ ਨੇ, 30-35 ਤੋਂ ਲੈ ਕੇ 40% ਜਿਹੜੀਆਂ ਉਹ ਰੋਡਵੇਜ਼ ਨੇ। ਭੱਟੀ ਸਾਹਿਬ ਜਿਹੜੀ ਰਿਪੋਰਟ ਆ ਉਸੇ ਦੇ ਮੱਦੇਨਜ਼ਰ ਹੀ ਜੇ ਵੇਖੀਏ ਤਾਂ ਨਫ਼ਰਤ ਫੈਲਾਉਣ ਵਾਲੀ ਜਿਹੜੀ ਗੱਲ ਬੀਤੀ ਰਾਤ ਵੀ ਕੀਤੀ ਸੀਗੀ, ਗੁਰੂ ਸਾਹਿਬ ਪ੍ਰਤੀ ਭੈੜੀ ਸ਼ਬਦਾਵਲੀ ਬੋਲਣ ਵਾਲੇ ਨੂੰ ਨਹੀਂ ਕੀਤਾ ਗਿਆ ਸਟਿਲ ਗ੍ਰਿਫਤਾਰ। ਕਿੱਡਾ ਭੈੜਾ ਸ਼ਬਦ ਉਸ ਬੰਦੇ ਨੇ ਬੋਲਿਆ ਹੈ, ਜੇ ਉਸ ਬੰਦੇ ਨੂੰ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਆ ਜਿਹੜਾ ਇੱਕ ਕਤਲ ਹੋਇਆ ਜਿਸ ਤਰੀਕੇ ਦੇ ਨਾਲ ਉੱਥੇ ਬਰਗਾੜੀ ਦੇ ਸੌਰੀ ਸਿੰਘੂ ਬਾਰਡਰ ਦੇ ਉੱਤੇ, ਉਹ ਇੱਕ ਗੁੱਸੇ ਦਾ ਹੀ ਜਿਹੜਾ ਹੈ ਨਤੀਜਾ ਹੈ ਕਿ ਜਾਂ ਕੁਛ ਵੀ ਉਹਦੇ ਪਿੱਛੇ ਬਿਹਾਈਂਡ ਦਾ ਸੀਨ ਕੀ ਹੈ, ਪਰ ਇਹ ਨਹੀਂ ਹੋਣਾ ਚਾਹੀਦਾ ਸੀ ਕਤਲ ਜੋ ਵੀ ਹੋਇਆ। ਨਾ ਬੇਅਦਬੀ ਹੋਣੀ ਚਾਹੀਦੀ ਸੀ, ਬੇਅਦਬੀ ਕਰਨ ਵਾਲੇ ਨੇ ਜਿਹੜਾ ਹੈ ਕੋਈ ਕੰਮ ਜੇ ਕੋਈ ਕਰਮ ਕੀਤਾ ਤੇ ਉਹਨੂੰ ਸਜ਼ਾ ਕਾਨੂੰਨ ਦੇ ਮੁਤਾਬਿਕ, ਕਿਉਂਕਿ ਅਸੀਂ ਜੰਗਲ 'ਚ ਨਹੀਂ ਰਹਿ ਰਹੇ ਇਸ ਵਕਤ, ਪਰ ਕਹਿੰਦੇ ਕਿ ਜਬੇ ਬਾਣ ਲਾ ਗਿਓ ਤਾਂ ਬੇਰੋਸ ਜਾ ਗਿਓ। ਹਾਂਜੀ, ਚੂੰਕਾ ਰਾਜ ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬਰਦਨਬਾਜ਼ ਸ਼ਮਸ਼ੀਰ ਦਸਤ, ਪਰ ਸਿਰ ਤੋਂ ਪਾਣੀ ਕੀ ਵਾਕਿਆ ਹੀ ਲੰਘ ਗਿਆ ਸੀ ਉੱਥੇ, ਜਾਂ ਇਹ ਗੱਲ ਵੱਖਰੀ ਹੈ। ਪਰ ਆ ਜੋ ਨਫ਼ਰਤ ਦਾ ਇੱਕ ਬਹੁਤ ਵੱਡਾ, ਉਹਨੇ ਇੱਕ ਲਫ਼ਜ਼ ਬੋਲ ਕੇ ਗੁਰੂ ਨਾਨਕ ਨਾਮ ਜਪਣ ਵਾਲੀ, ਚਾਹੇ ਉਹ ਹਿੰਦੂ ਭਾਈਚਾਰੇ ਦੇ ਵਿੱਚ ਉਹਨੇ ਬਹੁਤ ਵੱਡਾ, ਹਿੰਦੂ ਭਾਈ ਸਿੰਧੀ ਭਾਈਚਾਰਾ, ਮੁਸਲਮਾਨ ਭਾਈਚਾਰਾ ਗੁਰੂ ਨਾਨਕ ਨੂੰ ਆਪਣਾ ਰੱਬ ਮੰਨਦੇ ਨੇ, ਰਹਿਬਰ ਮੰਨਦੇ ਨੇ, ਉਹਨਾਂ ਦੇ ਪਿਤਾ ਪ੍ਰਤੀ ਜੋ ਸ਼ਬਦ ਵਰਤੇ ਨੇ, ਮੈਂ ਸਿਰਫ ਇੰਨਾ ਹੀ ਕਹਿ ਸਕਦਾ ਕਿ ਜੇ ਇਹ ਸ਼ਬਦ ਬੰਦਾ ਕਹਿੰਦਾ ਮੈਂ ਨਹੀਂ ਵਰਤੇ, ਪਰ ਜਿੰਨੇ ਵੀ ਵਰਤੇ ਨੇ ਉਹਦਾ ਮਾਂ-ਬਾਪ ਕਿਤੇ ਉਦੋਂ ਸੁੱਤਾ ਹੁੰਦਾ ਤੇ ਆ ਗੰਦੀ ਔਲਾਦ ਪੈਦਾ ਨਾ ਹੁੰਦੀ ਜਿੰਨੇ ਇਹ ਲਫ਼ਜ਼ ਵਰਤੇ। ਇਹੀ ਵਰਤਿਆ ਨਾ ਉਹਨੇ ਜੀ, ਤੇ ਇਹਨੂੰ ਉਲਟਾ ਕਰਕੇ ਕਹਿ ਦਿੰਦੇ ਆ ਵੀ ਤੂੰ ਨਹੀਂ ਵਰਤੇ ਮਿੱਤਰਾ, ਚੱਲ ਠੀਕ ਆ ਤੂੰ ਕਹਿੰਦਾ ਨਹੀਂ ਵਰਤੇ, ਪਰ ਤੇਰੀ ਥਾਂ ਤੇ ਜਿਸ ਬੰਦੇ ਨੇ ਜੇ ਡਬਿੰਗ ਵੀ ਕੀਤੀ ਹੈ ਜਾਂ ਕੋਈ ਵੀ ਹੈ ਤੇ ਉਹ ਇਸ ਸੰਸਾਰ ਤੇ ਮਾਂ ਕਿਤੇ ਪਤਾ ਲੱਗ ਜਾਂਦਾ ਪੇਟ 'ਚ ਵੀ ਆ ਗੰਦਾ ਕੀੜਾ ਜੰਮਣ ਵਾਲੀ ਆ ਮੈਂ, ਤੇ ਉਹ ਅਬੋਰਸ਼ਨ ਕਰਾ ਦਿੰਦੀ, ਨਾ ਜੰਮਦਾ। ਕੋਈ ਗੁਰੂ ਨਾਨਕ ਦੇ ਪਿਤਾ ਜੀ ਬਾਰੇ ਸ਼ਬਦ, ਮਾਤਾ ਜੀ ਬਾਰੇ ਸ਼ਬਦ ਬੋਲੇ ਇਹੋ ਜਿਹੇ, ਤੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹਦਾ ਮਤਲਬ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ ਹੈ, ਮਤਲਬ ਕੋਈ ਹੋਰ ਬੋਲਦਾ ਇਹਨਾਂ ਦੇ ਵਿੱਚ। ਹਾਂਜੀ, ਵੀ ਇਹਨਾਂ ਨੂੰ ਭੜਕਾਓ ਤੇ ਭੜਕਾ ਕੇ ਦੰਗੇ ਕਰਾਓ। ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ, ਬਿਲਕੁਲ ਠੀਕ ਆ। ਜਿਹੜਾ ਪੰਜਾਬ ਦਾ 50 ਕਿਲੋਮੀਟਰ ਤੱਕ BSF ਦੇ ਹਾਲੇ ਕੀਤਾ, ਉਹ ਕੋਈ ਸੁੱਖ ਨੂੰ ਨਹੀਂ ਕੀਤਾ। ਉਹਦੇ ਪਿੱਛੇ ਕੋਈ ਸਾਜ਼ਿਸ਼ ਹੋਏਗੀ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਗੜਬੜ ਕਰਾਉਣ ਦੀਆਂ। ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। ਬਿਲਕੁਲ, ਉਹ ਬੰਦੇ ਦੇ ਖਿਲਾਫ ਪਹਿਲਾਂ ਮੁਕੱਦਮਾ ਦਰਜ ਨਹੀਂ ਕੀਤਾ, ਉਹਨੂੰ ਮੁਕੱਦਮਾ ਦਰਜ ਕਰ ਲਿਆ ਬੇਸ਼ੱਕ 295 ਦਾ, ਲੇਕਿਨ ਗ੍ਰਿਫਤਾਰ ਨਹੀਂ ਕੀਤਾ। ਕੱਲ ਬਕਾਇਦਾ ਤੌਰ ਤੇ ਸਮਰਾਲਾ ਚੌਕ ਜਿਹੜੇ ਲੋਕਾਂ ਨੇ ਘਰਾਓ ਕੀਤਾ ਉੱਥੇ। ਪਰ ਜੇ ਸਾਬਤ ਹੋ ਜਾਂਦਾ ਇਹਦੀ ਆਵਾਜ਼ ਇਹੀ ਹੈ, ਤੈਨੂੰ ਦੋ ਧਰਮਾਂ ਦੇ ਵਿੱਚ ਦੰਗੇ ਫੈਲਾਉਣ ਦਾ ਵੀ ਇਹ ਤੇ ਕੇਸ ਦਰਜ ਹੋਣਾ ਚਾਹੀਦਾ। ਅਸਲੀ ਦੇਸ਼ ਧਰੋਹੀ ਹੈ, ਦੇਸ਼ ਦਾ ਗਦਾਰ ਹੈ। ਬਿਲਕੁਲ,
ਇਕਦਾਰ ਆ ਦੂਜੇ ਧਰਮ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਕੋਈ ਵਰਦਾ, ਚਾਹੇ ਹਿੰਦੂ ਧਰਮ ਪ੍ਰਤੀ ਕੋਈ ਕਿਸੇ ਵੀ ਕਮਿਊਨਿਟੀ 'ਚ, ਸਿੱਖ ਕਮਿਊਨਿਟੀ 'ਚ ਵਰਦਾ, ਚਾਹੇ ਮੁਸਲਿਮ ਕਮਿਊਨਿਟੀ ਪ੍ਰਤੀ ਵਰਦਾ, ਚਾਹੇ ਕਿਸੇ ਵੀ ਰਹਿਬਰ ਪ੍ਰਤੀ ਵਰਦਾ, ਉੱਤੇ ਇਹ ਠੱਪਾ ਲੱਗਣਾ ਚਾਹੀਦਾ। ਉਹ ਸਦਾ ਵਾਸਤੇ ਅੰਦਰ ਉਹਨੂੰ ਉਮਰ ਤਾਂ ਉਮਰ ਅੰਦਰ ਸਜ਼ਾ ਹੋਣੀ ਚਾਹੀਦੀ ਵੀ ਤੇਰੇ ਅੱਗੇ ਬੰਦੇ ਦਾ ਬਾਹਰ ਕੰਮ ਕੋਈ ਨਹੀਂ ਹੈ। ਬਿਲਕੁਲ ਤੂੰ ਸਮਾਜ ਵਾਸਤੇ ਖਤਰਨਾਕ ਆ। ਥੈਂਕ ਯੂ, ਤੇਰੇ ਮਾਂ-ਬਾਪ ਨੇ ਜੰਮ ਦਿੱਤਾ ਪਰ ਤੇਰਾ ਧੰਨਵਾਦ, ਤੂੰ ਅੰਦਰ ਹੀ ਠੀਕ ਆ, ਅੰਦਰ ਹੀ ਖਾ ਰੋਟੀਆਂ। ਮੇਰੇ ਵਿਰੁੱਧ ਜੇ ਕੁੱਕੜ ਮੰਗਣ ਦਾ ਦੋਸ਼ ਸਾਬਤ ਹੋ ਜਾਵੇ ਤਾਂ ਵੜਾ ਦੇਵਾਂਗਾ ਸਿਰ। ਨਵੀਨ ਸੰਧੂ, ਇੱਕ ਤਾਂ ਸੰਧੂ ਨੇ ਬੜਾ ਚੱਕਰ ਪਾਇਆ ਵਾ, ਇੱਕ ਸੰਧੂ ਉੱਥੇ ਵੀ ਫੋਨ ਕਰਦਾ ਸੀ, ਪਤਾ ਨਹੀਂ ਕਿਹੜਾ ਸੰਧੂ ਆ। ਇੱਕ 2 ਮਿੰਟ ਨੇ ਕੀ ਕਹਿਣਾ ਚਾਹੋਗੇ? ਸਮਾਂ ਹੋ ਗਿਆ ਆਪਣਾ। ਵੇਖੋ ਜੀ, ਨਵੀਨ ਸਿੱਧੂ ਦੀ ਜਿਹੜੀ ਆਪਾਂ ਗੱਲ ਕਰਦੇ ਆ, ਇੱਕ ਮਨੋਜ ਸਿੰਘ ਵਕੀਲ ਆ ਹਰਿਆਣੇ ਦਾ, ਉਹ ਮਨੋਜ ਕੁਮਾਰ ਹੁੰਦਾ ਸੀ। ਉਹ ਖੁਦ ਸਿੰਘ ਸੱਜਿਆ, ਪੂਰਾ ਦਾੜਾ ਪ੍ਰਕਾਸ਼ ਕੀਤਾ, ਪੂਰੀ ਗੁਰਬਾਣੀ ਚੰਗੀ ਜਾਣਦਾ ਵਾ, ਇਤਿਹਾਸ ਜਾਣਦਾ, ਕੋਈ ਜਾਣਦਾ ਵਾ। ਔਰ ਉਹ ਬਕਾਇਦਾ ਤੌਰ ਤੇ ਉੱਥੇ ਜਾਟਾਂ ਦੇ ਮੁੰਡੇ ਨੂੰ ਸਿੱਖ ਸਜਾ ਰਿਹਾ, ਭਾਈ ਸਿੱਖ ਸੱਜੂ। ਸਿੱਖੀ ਵੇਖੋ ਕਿੰਨੀ ਪਿਆਰੀ ਹੈ, ਕਿੰਨੀ ਨਿਰਾਲੀ ਹੈ। ਉਹਦੇ ਵਿੱਚ ਇਹ ਨਵੀਨ ਸੰਧੂ ਜਿਹੜਾ ਸਿੱਖ ਸੱਜਿਆ ਸੀ। ਹੁਣ ਜਿਹੜੀ ਗੱਲ ਇਹ ਕਹਿੰਦੇ ਆ ਵੀ ਉਹਦੇ 2 ਗਵਾਹ ਸਾਹਮਣੇ ਆ ਗਏ, ਉਹਨਾਂ ਨੇ ਗੱਲ ਕਹੀ ਵੀ ਸਾਡੇ ਸਾਹਮਣੇ ਦੀ ਗੱਲ, ਇਹਨੇ ਕੁੱਕੜ ਨਹੀਂ ਮੰਗਿਆ ਕੋਈ, ਇਹਨੇ ਸਿਰਫ ਉਹਨੂੰ ਕਹੀ ਭਾਈ ਇੱਥੇ ਬੀੜੀ ਦਾ ਪੀ, ਇੱਥੇ ਗੁਰੂ ਸਾਹਿਬ ਦੇ ਲਾਗੇ ਪ੍ਰਕਾਸ਼ ਕੀਤਾ ਪਿਆ ਨੇ। ਉਹ ਕਹਿੰਦਾ ਤੂੰ ਕੌਣ ਰੋਕਣਾ ਮੈਨੂੰ? ਇਸ ਤੂੰ ਮੈਂ ਦੇ ਵਿੱਚ ਉਹਦੇ ਡਾਂਗ ਮਾਰਤੀ, ਉਹਦੇ ਪੁੱਛ ਕੇ ਹੈ ਨਾ, ਲੱਤ ਦਿੱਤੀ ਹੈ ਨਾ ਕੁਛ ਆ, ਐਡਮਿਟ ਕੀਤਾ, ਐਡਮਿਟ ਡਾਕਟਰ ਨੇ ਕਹਿੰਦਾ ਲੱਤ ਪੇਜੀ ਟੁੱਟੀ। ਉਹ ਕਹਿੰਦਾ ਸਾਬਤ ਕਰ ਦੇ ਕਿ ਮੈਂ ਕੁੱਕੜ ਮੰਗਿਆ ਤੇ ਮੈਂ ਸਿਰ ਨੂੰ ਹੱਥ, ਮੈਂ ਤਿਆਰ ਸੋਜਾ ਵਾਸਤੇ। 2 ਗਵਾਹ ਵੀ ਸਾਹਮਣੇ ਆ ਗਏ, ਸਭ ਕੁਛ ਆ ਗਿਆ। ਤੇ ਨਿਹੰਗ ਸਿੰਘਾਂ ਨੂੰ ਵੀ ਚਾਹੀਦਾ, ਜਾਂ ਸਾਡੇ ਦੂਜੇ ਵੀਰਾਂ ਨੂੰ ਚਾਹੀਦਾ ਕਿ ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰ ਲਓ ਕਿ ਅਸਲੀਅਤ ਕੀ ਹੈਗੀ ਆ। ਅਜੇ ਪੁਲਿਸ ਵੀ ਵੈਸੇ ਚਲੋ ਉਹਦੀ ਜ਼ਮਾਨਤ ਅਗਲੇ ਦਿਨ ਹੋ ਗਈ ਸੀਗੀ, ਉਸੇ ਵੇਲੇ ਨਵੀਨ ਸਿੰਘ ਦੀ ਪੁਲਿਸ ਵੀ ਆਪਣੀ ਕੋਸ਼ਿਸ਼ ਤੇ ਜ਼ਮਾਨਤ ਜਾਂਚ ਕਰ ਰਹੀ ਸੀ, ਅਸਲੀਅਤ ਕੀ ਹੈ। बड़े साहब बहुत बहुत शुक्रिया, थैंक यू वेरी मच। और ब्रेकिंग न्यूज़ तो नहीं है वैसे न्यूज़, क्योंकि जिवें जानते सी कि एक फेर बदल होना, फेर बदल दे विच इस वक्त सरदार सज्जन सिंह होना दी थां ते नीता आनंद नूं जिहड़ा है ਉਹ ਅਹੁਦਾ ਮਿਲ ਗਿਆ ਹੈ, ਮਿਨਿਸਟਰੀ ਮਿਲੀ ਹੈ। ਸਾਡੇ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਅਗਲੇ ਹਿੱਸੇ ਦੇ ਵਿੱਚ ਅਸੀਂ ਸਾਰੀਆਂ ਮਿਨਿਸਟਰੀਜ਼ ਬਾਰੇ ਦੱਸਦੇ ਹਾਂ ਕਿ ਅੱਜ ਇਹ ਐਲਾਨ ਕੀਤਾ ਜਾਣ ਵਾਲਾ ਸੀਗਾ। ਸੋ ਤੁਸੀਂ ਖਬਰਾਂ ਸੁਣਦੇ ਜਾ ਰਹੇ ਹੋ, ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪਟੇ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।